ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਦੇ ਨਾਮ ਤੇ ਹੋ ਰਿਹਾ ਧੋਖਾ, ਪੀਆਰ ਦਾ ਝਾਂਸਾ ਦੇ ਕੇ ਮਾਰੀ ਠੱਗੀ। 50,000 ਪ੍ਰਵਾਸੀਆਂ ਦੇ ਸਵਾਗਤ ਦੀ ਤਿਆਰੀ, ਕਿਊਬੈਕ ਨੇ ਸਾਂਝੀ ਕੀਤੀ ਯੋਜਨਾ। ਪੀਆਰ ਫਾਈਲਾਂ ਬਾਰੇ ਆਈ ਜਾਣਕਾਰੀ, ਹੁਣ ਬੈਕਲੌਗ ਹੋ ਰਿਹਾ ਘੱਟ। ਅਰਾਈਵ ਕੈਨ ਐਪ ਦੀ ਵਰਤੋਂ ਅਜੇ ਵੀ ਜਾਰੀ, ਸਰਕਾਰ ਨੇ ਕੀਤੀ ਸੀ ਆਪਸ਼ਨਲ। ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਧੋਖਾ ਹੋ ਰਿਹਾ ਹੈ। ਧੋਖਾ ਕਰਨ ਵਾਲੇ ਨੇ ਪੀਆਰ ਦਾ ਝਾਂਸਾ ਦਿੱਤਾ ਤੇ ਆਪਣੇ ਜਾਲ ਵਿੱਚ ਫਸਾ ਕੇ ਠੱਗੀ ਕੀਤੀ ਹੈ। ਜੀ ਹਾਂ, ਇਸ ਬਾਰੇ ਕੈਨੇਡਾ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ ਪਤਾ ਚੱਲਿਆ ਹੈ ਕਿ ਇਮੀਗ੍ਰੇਸ਼ਨ ਦੇ ਨਾਮ ਦੇ ਉੱਪਰ ਵੱਡਾ ਧੋਖਾ ਹੋਇਆ। ਕਈ ਪੀੜਤ ਅੱਗੇ ਆਏ ਨੇ। ਕੀ ਹੈ ਪੂਰਾ ਮਾਮਲਾ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਇਮੀਗ੍ਰੇਸ਼ਨ ਦੇ ਨਾਮ ਤੇ ਧੋਖਾ ਹੋ ਰਿਹਾ ਹੈ। ਬਹੁਤ ਸਾਰੇ ਵਿਅਕਤੀ ਇਮੀਗ੍ਰੇਸ਼ਨ ਕੰਸਲਟੈਂਟ ਤੇ ਇਲਜ਼ਾਮ ਲਗਾ ਰਹੇ ਨੇ ਕਿ ਉਹਨਾਂ ਵੱਲੋਂ ਧੋਖਾ ਕੀਤਾ ਗਿਆ। ਇਸ ਤਰ੍ਹਾਂ ਦੇ ਬਹੁਤ ਸਾਰੇ ਇਮੀਗ੍ਰੈਂਟਸ ਨੇ ਜਿਨ੍ਹਾਂ ਵੱਲੋਂ ਵੈਨਕੂਵਰ ਸਥਿਤ ਇੱਕ ਇਮੀਗ੍ਰੇਸ਼ਨ ਕੰਸਲਟੈਂਟ ਤੇ ਅਜਿਹੇ ਪ੍ਰੋਗਰਾਮਾਂ ਅਧੀਨ ਪੀਆਰ ਕਰਵਾਉਣ ਦਾ ਵਾਅਦਾ ਕਰ ਧੋਖਾ ਕਰਨ ਦੇ ਦੋਸ਼ ਲਗਾਏ, ਜੋ ਕਿ ਅਸਲ ਵਿੱਚ ਮੌਜੂਦ ਹੀ ਨਹੀਂ। ਕਈ ਸ਼ਿਕਾਇਤਾਂ ਤੋਂ ਬਾਅਦ ਇਮੀਗ੍ਰੇਸ਼ਨ ਕੰਸਲਟੈਂਟ ਲਿਜ਼ਾ ਦੇ ਲਾਇਸੈਂਸ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਲਿਜ਼ਾ ਨੇ ਆਪਣੇ ਤੇ ਲੱਗੇ ਦੋਸ਼ਾਂ ਨੂੰ ਗਲਤ ਦੱਸਿਆ। ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਵੱਲੋਂ ਦਾਖਲ ਦਾਅਵੇ ਮੁਤਾਬਕ ਲਿਜ਼ਾ ਦੀ ਕੰਪਨੀ ਨੇ ਅਜਿਹੇ ਪ੍ਰੋਗਰਾਮਾਂ ਵਾਸਤੇ ਕਈ ਇਸ਼ਤਿਹਾਰ ਦਿੱਤੇ ਤੇ ਲੋਕਾਂ ਤੋਂ ਫੀਸਾਂ ਲਈਆਂ, ਜੋ ਕਿ ਮੌਜੂਦ ਹੀ ਨਹੀਂ ਸਨ। ਬਹੁਤ ਸਾਰੇ ਪੀੜਤਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ ਵੱਲੋਂ ਲਿਜ਼ਾ ਨੂੰ $5,000 ਜਾਂ ਫਿਰ ਇਸ ਤੋਂ ਵੱਧ ਫੀਸ ਦਾ ਭੁਗਤਾਨ ਕੀਤਾ। ਇਨ੍ਹਾਂ ਵਿਅਕਤੀਆਂ ਦਾ ਦਾਅਵਾ ਹੈ ਕਿ ਲਿਜ਼ਾ ਨੇ ਉਨ੍ਹਾਂ ਨੂੰ 2 ਸਾਲ ਦਾ ਵਰਕ ਪਰਮਿਟ ਮਿਲਣ, ਆਪਣੇ ਪਰਿਵਾਰਾਂ ਨੂੰ ਕੈਨੇਡਾ ਵਿੱਚ ਬੁਲਾ ਸਕਣ ਤੇ ਕੈਨੇਡਾ ਦੀ ਪੀਆਰ ਦਿਵਾਉਣ ਵਾਲੇ ਪ੍ਰੋਗਰਾਮਾਂ ਦਾ ਝਾਂਸਾ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਲਿਜ਼ਾ ਨੇ ਆਪਣੇ ਆਪ ਨੂੰ ਇੱਕ ਵਕੀਲ ਦੱਸਿਆ। ਕੇਸ ਵਿੱਚ ਦਾਅਵਾ ਕੀਤਾ ਗਿਆ ਕਿ ਬਿਨੈਕਾਰ ਇਹ ਪਤਾ ਲੱਗਣ ਤੋਂ ਬਾਅਦ ਕਿ ਉਹ ਕੈਨੇਡਾ ਵਿੱਚ ਬਿਨਾਂ ਕਿਸੇ ਲੀਗਲ ਸਟੇਟਸ ਤੋਂ ਰਹਿ ਰਹੀ ਹੈ, ਉਹਨਾਂ ਦੀ ਕੋਈ ਪੀਆਰ ਦੀ ਅਰਜ਼ੀ ਨਹੀਂ ਲੱਗੀ ਤੇ ਉਹ ਮਾਨਸਿਕ ਪਰੇਸ਼ਾਨੀ ਵਿੱਚ ਹਨ। ਇਸ ਬਾਰੇ ਲਿਜ਼ਾ ਦਾ ਕਹਿਣਾ ਹੈ ਕਿ ਉਸਨੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਅਤੇ ਨੀਤੀਆਂ ਤੇ ਭਰੋਸਾ ਕਰਦਿਆਂ ਹਰ ਸਮੇਂ ਇਮਾਨਦਾਰੀ ਨਾਲ ਕੰਮ ਕੀਤਾ ਤੇ ਆਪਣੇ ਗ੍ਰਾਹਕਾਂ ਦੇ ਲੀਗਲ ਸਟੇਟਸ ਨੂੰ ਬਰਕਰਾਰ ਰੱਖਣ ਵਾਸਤੇ ਆਪਣੇ ਕੋਲੋਂ ਫੀਸ ਵੀ ਭਰੀ। ਕਾਲਜ ਆਫ ਇਮੀਗ੍ਰੇਸ਼ਨ ਐਂਡ ਸਿਟੀਜ਼ਨਸ਼ਿਪ ਕੰਸਲਟੈਂਟਸ ਦੁਆਰਾ ਜੁਲਾਈ ਮਹੀਨੇ ਵਿੱਚ ਇੱਕ ਇੰਟਰਿਮ ਆਦੇਸ਼ ਵਿੱਚ ਇਮੀਗ੍ਰੇਸ਼ਨ ਸਲਾਹਕਾਰ ਵਜੋਂ ਲਿਜ਼ਾ ਦਾ ਲਾਇਸੈਂਸ ਮੁਅੱਤਲ ਕਰ ਦਿੱਤਾ ਤੇ ਉਸ ਨੂੰ $10,000 ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ। ਕਾਲਜ ਦੀ ਅਨੁਸ਼ਾਸਨ ਕਮੇਟੀ ਦੇ ਚੇਅਰਪਰਸਨ ਹੈਕਸ ਨੇ ਕਿਹਾ ਕਿ 25 ਮਹੀਨਿਆਂ ਦੌਰਾਨ 11 ਵਿਅਕਤੀਆਂ ਵੱਲੋਂ ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ, ਜਿਸ ਸੰਬੰਧੀ ਉਨ੍ਹਾਂ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਹੁਣ ਦੋ ਪੱਖ ਸਾਹਮਣੇ ਆ ਰਹੇ ਨੇ, ਜਿੱਥੇ ਲਿਜ਼ਾ ਵੱਲੋਂ ਆਪਣਾ ਪੱਖ ਰੱਖਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਕਈ ਪੀੜਤ ਅੱਗੇ ਆ ਰਹੇ ਨੇ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹਨਾਂ ਨਾਲ ਕਿਸ ਤਰ੍ਹਾਂ ਇਮੀਗ੍ਰੇਸ਼ਨ ਦੇ ਨਾਮ ਤੇ ਧੋਖਾ ਹੋਇਆ। ਇਮੀਗ੍ਰੇਸ਼ਨ ਵਿਭਾਗ ਵੱਲੋਂ ਦੱਸਿਆ ਗਿਆ ਕਿ ਪੀਆਰ, ਟੀਆਰ ਜਾਂ ਫਿਰ ਹੋਰ ਕਿੰਨੀਆਂ ਫਾਈਲਾਂ ਦੇ ਉੱਪਰ ਅਜੇ ਫੈਸਲਾ ਆਉਣਾ ਬਾਕੀ ਹੈ। IRCC ਵੱਲੋਂ ਬੈਕਲੌਗ ਦੇ ਬਾਰੇ ਜ਼ਿਕਰ ਕਰਦਿਆਂ ਦੱਸਿਆ ਗਿਆ ਕਿ ਪਹਿਲਾਂ ਦੇ ਮੁਕਾਬਲੇ ਬੈਕਲੌਗ ਕਾਫੀ ਹੇਠਾਂ ਆ ਗਿਆ। ਬਹੁਤੀਆਂ ਫਾਈਲਾਂ ਦੇ ਉੱਪਰ ਫੈਸਲਾ ਸੁਣਾ ਦਿੱਤਾ ਗਿਆ। ਜਿਨ੍ਹਾਂ ਵੱਲੋਂ ਇਮੀਗ੍ਰੇਸ਼ਨ ਸੰਬੰਧੀ ਫਾਈਲ ਲਗਾਈ ਗਈ, ਉਨ੍ਹਾਂ ਵਾਸਤੇ ਰਾਹਤ ਦੀ ਖਬਰ ਸਾਹਮਣੇ ਆਈ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਫਾਈਲਾਂ ਦਾ ਬੈਕਲੌਗ ਘੱਟ ਹੋਇਆ ਹੈ। ਨਵੇਂ ਅੰਕੜੇ ਵਿੱਚ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਦੱਸਣ ਮੁਤਾਬਕ ਬੈਕਲੌਗ 2.2 ਮਿਲੀਅਨ ਦਰਜ ਕੀਤਾ ਗਿਆ, ਜੋ ਕਿ ਪਹਿਲਾਂ ਦੇ ਮੁਕਾਬਲੇ ਘੱਟ ਗਿਣਤੀ ਹੈ। ਇਸ ਤੋਂ ਇਲਾਵਾ ਵਿਭਾਗ ਨੇ ਇੱਕ ਵਾਰ ਫਿਰ ਤੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਕਿਹੜੇ ਵੇਲੇ ਫਾਈਲਾਂ ਦਾ ਕਿੰਨਾ ਬੈਕਲੌਗ ਸੀ। 3 ਨਵੰਬਰ 2022 ਦੌਰਾਨ 24 ਲੱਖ ਤੋਂ ਵੱਧ, 30 ਸਤੰਬਰ ਨੂੰ 26 ਲੱਖ ਤੋਂ ਵੱਧ, 31 ਅਗਸਤ ਨੂੰ 25 ਲੱਖ ਤੋਂ ਵੱਧ, 15 ਜੁਲਾਈ ਨੂੰ 26 ਲੱਖ ਤੋਂ ਵੱਧ, ਜੂਨ 1 ਤੋਂ 6 ਦੇ ਵਿਚਕਾਰ 23 ਲੱਖ ਤੋਂ ਵੱਧ, 30 ਅਪ੍ਰੈਲ ਦੌਰਾਨ 21 ਲੱਖ ਤੋਂ ਵੱਧ, 11 ਅਪ੍ਰੈਲ ਦੌਰਾਨ 20 ਲੱਖ ਤੋਂ ਵੱਧ, 15 ਮਾਰਚ ਦੌਰਾਨ 18 ਲੱਖ ਤੋਂ ਵੱਧ, 1 ਫਰਵਰੀ ਦੌਰਾਨ 18 ਲੱਖ ਤੋਂ ਵੱਧ, 15 ਦਸੰਬਰ ਦੌਰਾਨ 18 ਲੱਖ ਤੋਂ ਵੱਧ, 27 ਅਕਤੂਬਰ ਦੌਰਾਨ 17 ਲੱਖ ਤੋਂ ਵੱਧ ਤੇ 6 ਜੁਲਾਈ 2021 ਦੌਰਾਨ 14 ਲੱਖ ਤੋਂ ਵੱਧ ਫਾਈਲਾਂ ਦਾ ਬੈਕਲੌਗ ਇਮੀਗ੍ਰੇਸ਼ਨ ਵਿਭਾਗ ਕੋਲ ਸੀ। ਸਿਟੀਜ਼ਨਸ਼ਿਪ ਇਨਵੈਂਟਰੀ ਵਿੱਚ 3,14,630 ਅਰਜ਼ੀਆਂ 30 ਨਵੰਬਰ ਤੱਕ ਦੱਸੀਆਂ ਗਈਆਂ। 31 ਅਕਤੂਬਰ ਦੌਰਾਨ ਇਹ ਅੰਕੜਾ 3,31,000 ਤੋਂ ਵੱਧ ਸਾਂਝਾ ਕੀਤਾ ਗਿਆ। ਪੀਆਰ ਦੀਆਂ ਅਰਜ਼ੀਆਂ 5 ਲੱਖ ਤੋਂ ਵੱਧ ਹਨ। 2 ਦਸੰਬਰ ਤੱਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਟੀਆਰ ਦੀ ਇਨਵੈਂਟਰੀ ਵਿੱਚ 1 ਲੱਖ ਤੋਂ ਵੱਧ ਅਰਜ਼ੀਆਂ ਪਈਆਂ ਹਨ। ਇਸ ਦੇ ਨਾਲ ਹੀ ਇਮੀਗ੍ਰੇਸ਼ਨ ਵਿਭਾਗ ਦੇ ਦੱਸਣ ਮੁਤਾਬਕ 2 ਦਸੰਬਰ ਤੱਕ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਤਹਿਤ 43,000 ਤੋਂ ਵੱਧ ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਕੋਲ ਹਨ, ਜਿਨ੍ਹਾਂ ਉੱਪਰ ਫੈਸਲਾ ਆਉਣਾ ਅਜੇ ਬਾਕੀ ਹੈ।
ਦੱਸਣਯੋਗ ਹੈ ਕਿ IRCC ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਫਾਈਲਾਂ ਦਾ ਬੈਕਲੌਗ ਖਤਮ ਕਰਨ ਸੰਬੰਧੀ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਨੇ। ਪਹਿਲਾਂ ਦੇ ਮੁਕਾਬਲੇ ਕਾਫੀ ਅਰਜ਼ੀਆਂ ਦੇ ਉੱਪਰ ਫੈਸਲਾ ਸੁਣਾਇਆ ਜਾ ਚੁੱਕਿਆ ਹੈ। ਟੀਚਾ ਰੱਖਿਆ ਗਿਆ ਕਿ 50% ਬੈਕਲੌਗ ਜਲਦ ਹੀ ਯਾਨੀ ਕਿ ਮਾਰਚ 2023 ਤੱਕ ਖਤਮ ਕਰ ਲਿਆ ਜਾਵੇਗਾ। ਇਸ ਵਾਸਤੇ ਨਵੇਂ ਸਟਾਫ ਦੀ ਭਰਤੀ ਵੀ ਕੀਤੀ ਜਾ ਰਹੀ ਹੈ, ਜਿਸ ਬਾਰੇ ਪਹਿਲਾਂ ਇਮੀਗ੍ਰੇਸ਼ਨ ਮੰਤਰੀ ਜਾਣਕਾਰੀ ਸਾਂਝੀ ਕਰ ਚੁੱਕੇ ਨੇ। ਕੈਨੇਡਾ ਸਰਕਾਰ ਵੱਲੋਂ ਬਜਟ ਦੇ ਵਿੱਚ ਵੀ ਇਮੀਗ੍ਰੇਸ਼ਨ ਸੰਬੰਧੀ ਕਾਫੀ ਕੁਝ ਐਲਾਨ ਕੀਤਾ ਗਿਆ ਸੀ। 50,000 ਤੋਂ ਵੱਧ ਪ੍ਰਵਾਸੀਆਂ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਕਿਊਬਿਕ ਸੂਬੇ ਤੋਂ ਸਾਹਮਣੇ ਆਈ, ਜਿੱਥੇ ਕਿਊਬਿਕ ਵੱਲੋਂ ਆਪਣਾ ਇਮੀਗ੍ਰੇਸ਼ਨ ਪਲਾਨ ਸਾਂਝਾ ਕੀਤਾ ਗਿਆ। ਵਿਭਾਗ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ 50,000 ਤੋਂ ਵੱਧ ਪ੍ਰਵਾਸੀਆਂ ਦਾ ਇੱਕ ਸਾਲ ਵਿੱਚ ਸਵਾਗਤ ਕੀਤਾ ਜਾਵੇਗਾ। 50,000 ਤੋਂ ਵੱਧ ਪ੍ਰਵਾਸੀਆਂ ਦੇ ਸਵਾਗਤ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸੰਬੰਧੀ 2023 ਵਾਸਤੇ ਟਾਰਗੇਟ ਤੈਅ ਕੀਤਾ ਗਿਆ ਹੈ, ਜਿੱਥੇ ਕਿਊਬਿਕ ਨੇ ਆਪਣਾ ਇਮੀਗ੍ਰੇਸ਼ਨ ਪਲਾਨ ਸਾਂਝਾ ਕੀਤਾ ਤੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੂਬੇ ਵੱਲੋਂ 52,500 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਿਊਬਿਕ ਵੱਲੋਂ ਸਾਲ 2022 ਦੌਰਾਨ ਵੀ ਅਜਿਹਾ ਹੀ ਇਮੀਗ੍ਰੇਸ਼ਨ ਪਲਾਨ ਸਾਂਝਾ ਕੀਤਾ ਗਿਆ। ਦੱਸਿਏ ਕਿ ਕਿਊਬਿਕ ਸੂਬੇ ਵਿੱਚ ਜ਼ਿਆਦਾਤਰ ਪ੍ਰਵਾਸੀ ਇਕਨੋਮਿਕ ਇਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ ਆਉਣਗੇ, ਜਿਸ ਵਿੱਚ ਕਿਊਬਿਕ ਸਕਿਲਡ ਵਰਕਰ ਪ੍ਰੋਗਰਾਮ ਤੇ ਕਿਊਬਿਕ ਐਕਸਪੀਰੀਅੰਸ ਪ੍ਰੋਗਰਾਮ ਸ਼ਾਮਿਲ ਹੈ। ਇਸ ਪ੍ਰੋਵਿੰਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 29,500 ਸਕਿਲਡ ਵਰਕਰਸ, 4,300 ਬਿਜ਼ਨਸ ਇਮੀਗ੍ਰੈਂਟਸ, ਜਿਸ ਵਿੱਚ ਇਨਵੈਸਟਰ, ਐਂਟਰਪ੍ਰੈਨਿਓਰ ਤੇ ਸੈਲਫ ਇੰਪਲੋਇਡ ਸ਼ਾਮਿਲ ਹੋਣਗੇ, ਉਹਨਾਂ ਦਾ ਸਵਾਗਤ ਕੀਤਾ ਜਾਣਾ ਹੈ। ਇਸ ਤੋਂ ਬਾਅਦ 18,100 ਨਵੇਂ PR, ਫੈਮਿਲੀ ਰੀਯੂਨੀਫਿਕੇਸ਼ਨ, ਰਿਫਿਊਜੀ ਅਤੇ ਹੋਰ ਇਮੀਗ੍ਰੇਸ਼ਨ ਪ੍ਰੋਗਰਾਮਸ ਤਹਿਤ ਆਉਣਗੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਇੱਕ ਸਾਲ ਵਿੱਚ 5 ਲੱਖ ਤੱਕ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਜੋ ਵੱਡਾ ਟਾਰਗੇਟ ਤੈਅ ਕੀਤਾ ਗਿਆ, ਇਸ ਦੇ ਪਿੱਛੇ ਕਈ ਕਾਰਨ ਮੰਨੇ ਜਾ ਰਹੇ ਨੇ। ਪਹਿਲਾ ਖਾਸ ਤੇ ਅਹਿਮ ਕਾਰਨ ਹੈ ਜੋ ਮੌਜੂਦਾ ਸਮੇਂ ਕੈਨੇਡਾ ਵਿੱਚ ਲੇਬਰ ਦੀ ਘਾਟ ਹੈ। ਇਮੀਗ੍ਰੇਸ਼ਨ ਵਿਭਾਗ ਤੇ ਕੈਨੇਡਾ ਸਰਕਾਰ ਇਸ ਘਾਟ ਨੂੰ ਜਲਦ ਤੋਂ ਜਲਦ ਪੂਰਾ ਕਰਨਾ ਚਾਹੁੰਦੀ ਹੈ। ਇਸ ਸੰਬੰਧੀ ਉਨ੍ਹਾਂ ਵੱਲੋਂ ਕਈ ਵੱਡੇ ਐਲਾਨ ਕੀਤੇ ਗਏ। ਪਹਿਲਾਂ ਤਾਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਗਈ, ਜਿੱਥੇ ਉਨ੍ਹਾਂ ਉੱਪਰ ਜੋ ਕੁਝ ਘੰਟਿਆਂ ਤੱਕ ਕੰਮ ਕਰਨ ਦੀ ਸ਼ਰਤ ਲਾਗੂ ਸੀ, ਉਸ ਨੂੰ ਹਟਾ ਦਿੱਤਾ ਗਿਆ। ਬਾਅਦ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਸਾਂਝਾ ਕੀਤਾ ਗਿਆ, ਜਿੱਥੇ ਦੱਸਿਆ ਗਿਆ ਕਿ ਇੱਕ ਸਾਲ ਵਿੱਚ 5 ਲੱਖ ਤੱਕ ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾਵੇਗਾ। ਇਮੀਗ੍ਰੇਸ਼ਨ ਵਿਭਾਗ ਵੱਲੋਂ ਹੁਣ ਇਸ ਤਰ੍ਹਾਂ ਦੇ ਕਈ ਵੱਡੇ ਐਲਾਨ ਕੀਤੇ ਜਾ ਰਹੇ ਨੇ। ਇਹ ਕਦਮ ਉਨ੍ਹਾਂ ਵੱਲੋਂ ਕੈਨੇਡਾ ਦੀ ਭਲਾਈ ਵਾਸਤੇ ਤੇ ਆਰਥਿਕਤਾ ਸੰਬੰਧੀ ਚੁੱਕੇ ਜਾ ਰਹੇ ਹਨ। ਅਰਾਈਵ ਕੈਨ ਐਪ ਅਜੇ ਵੀ ਵਰਤੀ ਜਾ ਰਹੀ ਹੈ। ਕੈਨੇਡਾ ਸਰਕਾਰ ਵੱਲੋਂ ਇਹ ਕਿਹਾ ਗਿਆ ਕਿ ਜਿਹੜੇ ਵੀ ਅੰਤਰਰਾਸ਼ਟਰੀ ਯਾਤਰੀ ਕੈਨੇਡਾ ਆਉਣਗੇ, ਉਹਨਾਂ ਵਾਸਤੇ ਇਹ ਆਪਸ਼ਨਲ ਹੋਵੇਗਾ ਕਿ ਉਹ ਅਰਾਈਵ ਕੈਨ ਐਪ ਦੀ ਵਰਤੋਂ ਕਰਨਾ ਚਾਹੁੰਦੇ ਨੇ ਜਾਂ ਫਿਰ ਨਹੀਂ। ਤਾਜ਼ਾ ਅੰਕੜੇ ਦੱਸਦੇ ਨੇ ਕਿ ਆਪਸ਼ਨਲ ਐਪ ਕਰਨ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਇਸ ਦੀ ਵਰਤੋਂ ਕਰ ਰਹੇ ਹਨ। ਅਰਾਈਵ ਕੈਨ ਐਪ ਹੁਣ ਲਾਜ਼ਮੀ ਨਹੀਂ ਹੈ, ਪਰ ਇਸ ਦੇ ਬਾਵਜੂਦ ਵੀ ਕੁਝ ਯਾਤਰੀਆਂ ਵੱਲੋਂ ਇਸ ਐਪ ਦੀ ਵਰਤੋਂ ਕੀਤੀ ਜਾ ਰਹੀ ਹੈ। ਦੱਸਦੀਏ ਕਿ ਅਕਤੂਬਰ ਵਿੱਚ ਅਰਾਈਵ ਕੈਨ ਐਪ ਆਪਸ਼ਨਲ ਕਰ ਦਿੱਤੀ ਗਈ ਸੀ। ਕੈਨੇਡਾ ਸਰਕਾਰ ਵੱਲੋਂ ਅਰਾਈਵ ਕੈਨ ਐਪ ਨੂੰ ਆਪਸ਼ਨਲ ਕੀਤੇ ਜਾਣ ਤੋਂ ਬਾਅਦ ਵੀ ਕੁਝ ਯਾਤਰੀ ਇਸ ਐਪ ਦੀ ਵਰਤੋਂ ਕਰ ਰਹੇ ਹਨ। ਕੈਨੇਡਾ ਵੱਲੋਂ 1 ਅਕਤੂਬਰ ਤੋਂ ਅੰਤਰਰਾਸ਼ਟਰੀ ਯਾਤਰੀਆਂ ਨੂੰ ਕਹਿ ਦਿੱਤਾ ਗਿਆ ਕਿ ਉਹਨਾਂ ਉੱਪਰ ਹੁਣ ਅਰਾਈਵ ਕੈਨ ਐਪ ਦੀ ਸ਼ਰਤ ਲਾਜ਼ਮੀ ਨਹੀਂ ਹੈ। ਕੈਨੇਡਾ ਦੇ 3 ਸਭ ਤੋਂ ਵਿਅਸਤ ਹਵਾਈ ਅੱਡਿਆਂ ਤੇ ਆਏ ਅੰਤਰਰਾਸ਼ਟਰੀ ਯਾਤਰੀਆਂ ਦੇ ਕਰੀਬ 5ਵੇਂ ਹਿੱਸੇ ਨੇ ਵਿਕਲਪ ਦਿੱਤੇ ਜਾਣ ਤੋਂ ਬਾਅਦ ਵੀ ਐਪ ਦੀ ਵਰਤੋਂ ਕੀਤੀ। ਕੋਵਿਡ-19 ਦੇ ਮੱਦੇਨਜ਼ਰ ਸਰਕਾਰ ਵੱਲੋਂ ਇਸ ਐਪ ਨੂੰ ਸ਼ੁਰੂ ਕੀਤਾ ਗਿਆ ਸੀ। ਯਾਤਰੀਆਂ ਨੂੰ ਕੈਨੇਡਾ ਪਹੁੰਚਣ ਤੋਂ ਪਹਿਲਾਂ 72 ਘੰਟੇ ਦੇ ਅੰਦਰ ਆਪਣੀ ਯਾਤਰਾ ਤੇ ਸਿਹਤ ਦੀ ਜਾਣਕਾਰੀ ਅਰਾਈਵ ਕੈਨ ਐਪ ਉੱਪਰ ਦਰਜ ਕਰਨੀ ਪੈਂਦੀ ਸੀ। ਅਜਿਹਾ ਨਾ ਕਰਨ ਵਾਲੀ ਯਾਤਰੀ ਨੂੰ 14 ਦਿਨਾਂ ਲਈ ਕੁਆਰੰਟੀਨ ਦੇ ਆਦੇਸ਼ ਦਿੱਤੇ ਜਾ ਰਹੇ ਸਨ ਤੇ $5,000 ਦਾ ਜੁਰਮਾਨਾ ਵੀ ਹੋ ਸਕਦਾ ਸੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਮੌਂਟਰੀਅਲ, ਟੋਰਾਂਟੋ ਤੇ ਵੈਨਕੂਵਰ ਤੇ ਜਿਹੜੇ ਅੰਤਰਰਾਸ਼ਟਰੀ ਯਾਤਰੀ ਆਏ ਹਨ, ਉਹਨਾਂ ਦੇ ਅੰਕੜੇ ਸਾਂਝੇ ਕੀਤੇ ਗਏ, ਜਿਨ੍ਹਾਂ ਮੁਤਾਬਕ ਇਹ ਪਤਾ ਚੱਲਿਆ ਕਿ ਕਿੰਨੇ ਯਾਤਰੀਆਂ ਵੱਲੋਂ ਅਰਾਈਵ ਕੈਨ ਐਪ ਦੀ ਵਰਤੋਂ ਕੀਤੀ ਗਈ ਹੈ। ਇਨ੍ਹਾਂ ਹਵਾਈ ਅੱਡਿਆਂ ਤੇ ਲਗਭਗ 2.4 ਮਿਲੀਅਨ ਲੋਕ ਆਏ। ਸਿਰਫ 3,20,000 ਯਾਤਰੀ ਜਾਣੀ ਕਿ 13% ਨੇ ਐਪ ਦੀ ਵਰਤੋਂ ਕੀਤੀ। ਘੱਟ ਵਰਤੋਂ ਦੇ ਬਾਵਜੂਦ ਪਬਲਿਕ ਸੇਫਟੀ ਮਿਨਿਸਟਰ ਮਾਰਕੋ ਮੈਡੀਚੀਨੋ ਦੇ ਦਫ਼ਤਰ ਨੇ ਐਪ ਦਾ ਬਚਾਅ ਕਰਦੇ ਹੋਏ ਕਿਹਾ ਕਿ ਉਹ ਇੱਕ ਉਪਯੋਗੀ ਸਾਧਨ ਹੈ। ਇਸ ਸੰਬੰਧੀ ਮੰਤਰਾਲੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਯਾਤਰੀਆਂ ਦਾ ਬਾਰਡਰ ਤੇ ਸਮਾਂ ਬਚਾਉਣ ਲਈ ਇਹ ਇੱਕ ਸਰਲ ਤਰੀਕਾ ਹੈ ਤੇ ਅਸੀਂ ਸਾਰੇ ਯਾਤਰੀਆਂ ਨੂੰ ਕੈਨੇਡਾ ਵਾਪਸ ਆਉਣ ਵੇਲੇ ਇਸ ਦੀ ਵਰਤੋਂ ਕਰਨ ਦਾ ਸੱਦਾ ਦਿੰਦੇ ਹਾਂ।
ਟਰਾਂਸਪੋਰਟ ਕੈਨੇਡਾ ਮੁਤਾਬਕ ਫਾਰਮ ਨੂੰ ਪਹਿਲਾਂ ਤੋਂ ਭਰਨ ਨਾਲ ਕਸਟਮ ਬੂਥ ਦੇ ਹਰੇਕ ਗੱਲਬਾਤ ਤੋਂ 40 ਸਕਿੰਟ ਦਾ ਸਮਾਂ ਬਚ ਸਕਦਾ ਹੈ। ਕੈਨੇਡੀਅਨ 에ਅਰਪੋਰਟ ਕੌਂਸਲ ਦੀ ਪ੍ਰਧਾਨ ਨੇ ਕਿਹਾ ਕਿ ਉਹ ਖੁਸ਼ ਹਨ ਕਿ ਕੁਝ ਯਾਤਰੀ ਅਜੇ ਵੀ ਇਸ ਐਪ ਦੀ ਵਰਤੋਂ ਕਰ ਰਹੇ ਹਨ। ਇਸ ਤੋਂ ਇਲਾਵਾ ਉਹਨਾਂ ਦਾ ਕਹਿਣਾ ਹੈ ਕਿ ਇਸ ਨਾਲ ਯਾਤਰੀਆਂ ਦਾ ਹੀ ਸਮਾਂ ਬਚ ਰਿਹਾ ਹੈ। ਲਿਬਰਲ ਸਰਕਾਰ ਵੱਲੋਂ ਬੱਚਿਆਂ ਦੇ ਭਲੇ ਵਾਸਤੇ ਇੱਕ ਕਦਮ ਚੁੱਕਿਆ ਗਿਆ, ਜਿੱਥੇ ਉਹਨਾਂ ਨੇ ਸਦਨ ਵਿੱਚ ਬਿੱਲ ਪੇਸ਼ ਕੀਤਾ ਹੈ। ਇਸ ਬਿੱਲ ਦੇ ਵਿੱਚ ਬੱਚਿਆਂ ਨੂੰ ਫਾਇਦਾ ਜੋ ਹੋਵੇਗਾ ਉਸ ਦਾ ਜ਼ਿਕਰ ਕੀਤਾ ਗਿਆ। ਚਾਈਲਡ ਕੇਅਰ ਪ੍ਰੋਗਰਾਮ ਦੇ ਬਾਰੇ ਲਿਬਰਲ ਸਰਕਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਇਸ ਸੰਬੰਧੀ ਬਿੱਲ ਪੇਸ਼ ਕੀਤਾ। ਲਿਬਰਲਸ ਵੱਲੋਂ ਇੱਕ ਖਾਸ ਬਿੱਲ ਪੇਸ਼ ਕੀਤਾ ਗਿਆ ਜਿਸ ਰਾਹੀਂ ਬੱਚਿਆਂ ਨੂੰ ਫਾਇਦਾ ਹੋਵੇਗਾ। ਲਿਬਰਲਸ ਵੱਲੋਂ ਚਾਈਲਡ ਕੇਅਰ ਸੰਬੰਧੀ ਬਿੱਲ ਪੇਸ਼ ਕੀਤਾ ਗਿਆ। ਇਸ ਤਹਿਤ ਚਾਈਲਡ ਕੇਅਰ ਸੇਵਾਵਾਂ $10 ਪ੍ਰਤੀ ਦਿਨ ਤੇ ਮੁਹੱਈਆ ਕਰਵਾਉਣ ਦੀ ਯੋਜਨਾ ਬਣਾਈ ਗਈ ਹੈ। ਇਹ ਬਿੱਲ ਫੈਡਰਲ ਮਿਨਿਸਟਰ ਕਰੀਨਾ ਵੱਲੋਂ ਪੇਸ਼ ਕੀਤਾ ਗਿਆ, ਜਿੱਥੇ ਉਹਨਾਂ ਨੇ ਨੈਸ਼ਨਲ ਚਾਈਲਡ ਕੇਅਰ ਪ੍ਰੋਗਰਾਮ ਸੰਬੰਧੀ ਹਾਊਸ ਆਫ ਕਾਮਨਸ ਵਿੱਚ ਇੱਕ ਬਿੱਲ ਪੇਸ਼ ਕੀਤਾ। ਲਿਬਰਲਸ ਦੀ ਚਾਈਲਡ ਕੇਅਰ ਪਲਾਨ ਅਧੀਨ ਅਗਲੇ 5 ਸਾਲਾਂ ਵਿੱਚ ਚਾਈਲਡ ਕੇਅਰ ਸੇਵਾਵਾਂ $10 ਪ੍ਰਤੀ ਦਿਨ ਦੇ ਖਰਚ ਤੇ ਮੁਹੱਈਆ ਕਰਵਾਉਣ ਦੀ ਯੋਜਨਾ ਹੈ। ਇਸ ਤੋਂ ਪਹਿਲਾਂ ਪਿਛਲੇ ਬਜਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ ਭਰ ਵਿੱਚ ਇੱਕ ਕਿਫਾਇਤੀ ਚਾਈਲਡ ਕੇਅਰ ਸਿਸਟਮ ਸ਼ੁਰੂ ਕਰਨ ਦਾ ਵਾਅਦਾ ਕੀਤਾ, ਜਿਸ ਅਧੀਨ $30 ਬਿਲੀਅਨ ਖਰਚ ਕਰਨ ਦਾ ਜ਼ਿਕਰ ਕੀਤਾ ਗਿਆ ਸੀ। ਲਿਬਰਲ ਸਰਕਾਰ ਨੇ ਸਾਲ 2005 ਵਿੱਚ ਇੱਕ ਨੈਸ਼ਨਲ ਡੇ ਕੇਅਰ ਸਿਸਟਮ ਬਣਾਉਣ ਦੇ ਟਾਰਗੇਟ ਨਾਲ ਵੱਖ-ਵੱਖ ਪ੍ਰੋਵਿੰਸ ਨਾਲ ਸਮਝੌਤੇ ਕੀਤੇ, ਪਰ ਕੰਜ਼ਰਵੇਟਿਵ ਪ੍ਰਧਾਨ ਸਟੀਫਨ ਹਾਰਪਰ ਨੇ ਅਗਲੇ ਸਾਲ ਸੱਤਾ ਵਿੱਚ ਆਉਣ ਤੋਂ ਬਾਅਦ ਸਮਝੌਤਿਆਂ ਨੂੰ ਰੱਦ ਕਰ ਦਿੱਤਾ। ਫੈਡਰਲ ਸਰਕਾਰ ਇਸ ਸੰਬੰਧੀ ਵੱਖ-ਵੱਖ ਪ੍ਰੋਵਿੰਸਸ ਨਾਲ ਪਹਿਲਾਂ ਹੀ ਸਮਝੌਤੇ ਕਰ ਚੁੱਕੀ ਹੈ। ਮਾਰਚ 2022 ਦੌਰਾਨ ਓਨਟਾਰੀਓ ਨੇ ਵੀ ਫੈਡਰਲ ਸਰਕਾਰ ਦੇ $10 ਪ੍ਰਤੀ ਦਿਨ ਦੇ ਔਸਤ ਖਰਚ ਤੇ ਚਾਈਲਡ ਕੇਅਰ ਪ੍ਰਦਾਨ ਕੀਤੇ ਜਾਣ ਵਾਲੇ ਪ੍ਰੋਗਰਾਮ ਤੇ ਮੋਹਰ ਲਗਾਈ ਤੇ ਹੁਣ ਪਾਰਲੀਮੈਂਟ ਵਿੱਚ ਵੀ ਇਸ ਦਾ ਜ਼ਿਕਰ ਹੋਇਆ, ਜਿੱਥੇ ਲਿਬਰਲਸ ਨੇ ਚਾਈਲਡ ਕੇਅਰ ਸੰਬੰਧੀ ਬਿੱਲ ਪੇਸ਼ ਕੀਤਾ ਹੈ। ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਸੰਬੰਧੀ ਕੀ ਫੈਸਲਾ ਨਿਕਲ ਕੇ ਸਾਹਮਣੇ ਆਉਂਦਾ ਹੈ। ਜਮਾਇਕਾ ਦੇ ਵਿੱਚ ਹਿੰਸਾ ਵਧਦੀ ਜਾ ਰਹੀ ਹੈ। ਇਸ ਬਾਰੇ ਹੁਣ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿੱਥੇ ਪਤਾ ਚੱਲਿਆ ਕਿ ਕੈਨੇਡੀਅਨਸ ਨੂੰ ਬੀਮਾ ਨਹੀਂ ਮਿਲੇਗਾ। ਇਸ ਬਾਰੇ ਕੀ ਹੈ ਪੂਰੀ ਡਿਟੇਲ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਜਮਾਇਕਾ ਦੇ ਪ੍ਰਧਾਨ ਮੰਤਰੀ ਵੱਲੋਂ ਹਾਲ ਹੀ ਵਿੱਚ ਟਾਪੂ ਉੱਤੇ ਗੈਂਗ ਹਿੰਸਾ ਅਤੇ ਕਤਲਾਂ ਵਿੱਚ ਵਾਧੇ ਤੋਂ ਬਾਅਦ ਐਮਰਜੈਂਸੀ ਦੀ ਵਿਆਪਕ ਸਥਿਤੀ ਦਾ ਐਲਾਨ ਕਰਨ ਦੇ ਬਾਵਜੂਦ ਇੱਕ ਯਾਤਰਾ ਮਾਹਰ ਨੇ ਚੇਤਾਵਨੀ ਦਿੱਤੀ ਹੈ ਕਿ ਕੈਨੇਡੀਅਨ ਯਾਤਰੀਆਂ ਨੂੰ ਯਾਤਰਾ ਬੀਮਾ ਪਾਲਿਸੀਆਂ ਉੱਤੇ ਰੱਦ ਕਰਨ ਦੇ ਦਾਅਵੇ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਕੈਨੇਡੀਅਨ ਸਰਕਾਰ ਦੀਆਂ ਯਾਤਰਾ ਸਲਾਹਕਾਰਾਂ ਅਤੇ ਸਲਾਹਕਾਰੀ ਨੋਟਿਸਾਂ ਦੇ ਅਨੁਸਾਰ ਜਮਾਇਕਾ ਵਿੱਚ ਦਾਖਲ ਹੋਣ ਵਾਲੇ ਯਾਤਰੀਆਂ ਨੂੰ ਜਮੈਕਾ ਵਿੱਚ ਉੱਚ ਪੱਧਰੀ ਹਿੰਸਕ ਅਪਰਾਧ ਦੇ ਕਾਰਨ ਉੱਚ ਪੱਧਰੀ ਸਾਵਧਾਨੀ ਵਰਤਣੀ ਚਾਹੀਦੀ ਹੈ। ਐਮਰਜੈਂਸੀ ਦੀ ਸਥਿਤੀ ਕਿੰਗਸਟਨ ਦੀ ਰਾਜਧਾਨੀ ਦੇ ਖੇਤਰਾਂ ਦੇ ਨਾਲ-ਨਾਲ ਜਮੈਕਾ ਦੇ 14 ਪੈਰਿਸ਼ਾਂ ਵਿੱਚੋਂ 6 ਵਿੱਚ ਲਾਗੂ ਹੁੰਦੀ ਹੈ। ਇਸ ਵਿੱਚ ਮੌਂਟੈਗੋ ਬੇ ਵਿੱਚ ਪ੍ਰਸਿੱਧ ਸੈਰ ਸਪਾਟਾ ਸਥਾਨ ਸ਼ਾਮਲ ਹੈ। ਦੱਸ ਦਈਏ ਕਿ ਇਸ ਸਾਲ ਹੁਣ ਤੱਕ 2.8 ਮਿਲੀਅਨ ਲੋਕਾਂ ਦੇ ਟਾਪੂ ਉੱਤੇ 1421 ਹੱਤਿਆਵਾਂ ਹੋ ਚੁੱਕੀਆਂ ਨੇ, ਜਦਕਿ ਪਿਛਲੇ ਸਾਲ ਦੀ ਗੱਲ ਕੀਤੀ ਜਾਵੇ ਤਾਂ ਜਮੈਕਾ ਵਿੱਚ 1375 ਕਤਲਾਂ ਦੀ ਰਿਪੋਰਟ ਕੀਤੀ ਗਈ ਸੀ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਸੜਕ ਹਾਦਸੇ ਵਿੱਚ ਪੰਜਾਬੀ ਮੂਲ ਦੀ ਇੱਕ ਲੜਕੀ ਦੀ ਜਾਨ ਚਲੀ ਗਈ। ਇਸ ਲੜਕੀ ਦੀ ਪਹਿਚਾਣ ਵੀ ਪੁਲਿਸ ਨੇ ਜਨਤਕ ਕੀਤੀ ਹੈ, ਜੋ ਕਿ ਪਟਿਆਲਾ ਜ਼ਿਲ੍ਹਾ ਦੇ ਨਾਲ ਸੰਬੰਧਿਤ ਦੱਸੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੜਕ ਪਾਰ ਕਰਨ ਵੇਲੇ ਇੱਕ ਟਰੱਕ ਇਸ ਲੜਕੀ ਦੇ ਨਾਲ ਆ ਕੇ ਟਕਰਾ ਗਿਆ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ। ਕੈਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਇੱਕ ਦੁੱਖ ਦੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਸੜਕ ਪਾਰ ਕਰਨ ਵੇਲੇ ਹਾਦਸਾ ਵਾਪਰਿਆ ਤੇ ਪੰਜਾਬੀ ਮੂਲ ਦੀ ਇੱਕ ਲੜਕੀ ਦੀ ਜਾਨ ਚਲੀ ਗਈ। ਇਹ ਪੰਜਾਬੀ ਮੂਲ ਦੀ ਲੜਕੀ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਦੱਸੀ ਜਾ ਰਹੀ ਹੈ। ਇਸ ਤੋਂ ਪਹਿਲਾਂ ਵੀ ਇੱਕ ਅਜਿਹਾ ਮਾਮਲਾ ਸਾਹਮਣੇ ਆ ਚੁੱਕਾ ਹੈ, ਜਿੱਥੇ ਮਿਸੀਸਾਗਾ ਵਿੱਚ ਸੜਕ ਪਾਰ ਕਰਨ ਦੌਰਾਨ ਹਾਦਸਾ ਵਾਪਰਿਆ ਤੇ ਇਸ ਹਾਦਸੇ ਕਾਰਨ ਅੰਤਰਰਾਸ਼ਟਰੀ ਵਿਦਿਆਰਥਣ ਨਵਨੀਤ ਕੌਰ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਹੁਣ ਤਾਜ਼ਾ ਘਟਨਾ ਮੌਂਟਰੀਅਲ ਤੋਂ ਸਾਹਮਣੇ ਆਈ ਹੈ, ਜਿੱਥੇ ਫਤਿਹਗੜ੍ਹ ਛੰਨਾ ਜ਼ਿਲ੍ਹਾ ਪਟਿਆਲਾ ਨਾਲ ਸੰਬੰਧਿਤ ਇੱਕ ਲੜਕੀ ਦੀ ਸੜਕ ਪਾਰ ਕਰਨ ਵੇਲੇ ਮੌਤ ਹੋ ਗਈ। ਜਾਣਕਾਰੀ ਮੁਤਾਬਕ ਜਦੋਂ ਇਹ ਲੜਕੀ ਸੜਕ ਪਾਰ ਕਰ ਰਹੀ ਸੀ ਤਾਂ ਉਸ ਵਿੱਚ ਇੱਕ ਟਰੱਕ ਆ ਕੇ ਲੱਗਾ, ਜਿਸ ਕਾਰਨ ਉਸਨੇ ਦਮ ਤੋੜ ਦਿੱਤਾ। ਹੁਣ ਇਸ ਪੰਜਾਬੀ ਮੂਲ ਦੀ ਲੜਕੀ ਦੀ ਪਹਿਚਾਣ ਗਗਨਦੀਪ ਕੌਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗਗਨਦੀਪ ਕੌਰ 3 ਸਾਲ ਪਹਿਲਾਂ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ ਆਈ। ਗਗਨਦੀਪ ਪੰਜਾਬ ਵਿੱਚ ਆਪਣੀ 6 ਸਾਲਾਂ ਦੀ ਧੀ ਅਤੇ ਪਤੀ ਨੂੰ ਛੱਡ ਕੇ ਆਈ ਸੀ। ਹੁਣ ਗਗਨਦੀਪ ਵਾਸਤੇ ਫੰਡ ਰੇਜ਼ਰ ਵੀ ਚਲਾਇਆ ਜਾ ਰਿਹਾ ਹੈ।
ਬੱਚਿਆਂ ਵਾਸਤੇ ਨਵੇਂ ਕੋਵਿਡ-19 ਬੂਸਟਰ ਡੋਜ਼ ਨੂੰ ਮਾਨਤਾ ਦਿੱਤੀ ਗਈ ਹੈ। ਹੈਲਥ ਕੈਨੇਡਾ ਨੇ ਇਸ ਵੈਕਸੀਨ ਨੂੰ ਹਰੀ ਝੰਡੀ ਦਿੱਤੀ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ 5 ਸਾਲ ਤੋਂ 11 ਸਾਲ ਵਾਲੇ ਬੱਚਿਆਂ ਨੂੰ ਵੀ ਇਹ ਨਵੀਂ ਬੂਸਟਰ ਡੋਜ਼ ਲਗਾਈ ਜਾ ਸਕੇਗੀ। ਹੈਲਥ ਕੈਨੇਡਾ ਵੱਲੋਂ ਛੋਟੇ ਬੱਚਿਆਂ ਵਾਸਤੇ ਅਪਡੇਟਡ ਕੋਵਿਡ-19 ਵੈਕਸੀਨ ਬੂਸਟਰ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਮਨਜ਼ੂਰੀ 5 ਸਾਲ ਤੋਂ 11 ਸਾਲ ਦੀ ਉਮਰ ਵਾਲੇ ਬੱਚਿਆਂ ਲਈ ਮਿਲੀ ਹੈ, ਜਿੱਥੇ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਦੇ ਟੀਕੇ ਨੂੰ ਮਨਜ਼ੂਰ ਕੀਤਾ ਗਿਆ। ਇਹ ਨਵਾਂ ਟੀਕਾ ਕੋਰੋਨਾ ਵਾਇਰਸ ਦੇ ਅਲੱਗ-ਅਲੱਗ ਸਟ੍ਰੇਨਸ ਦੇ ਉੱਪਰ ਅਸਰਦਾਰ ਸਾਬਿਤ ਹੋ ਰਿਹਾ ਹੈ ਤੇ ਇਸ ਬਾਰੇ ਕੰਪਨੀ ਲਗਾਤਾਰ ਦਾਅਵਾ ਕਰ ਰਹੀ ਹੈ। ਹੁਣ ਕੈਨੇਡਾ ਵਿੱਚ ਫਾਈਜ਼ਰ ਦਾ ਇਹ ਟੀਕਾ ਅਜਿਹਾ ਪਹਿਲਾ ਅਪਡੇਟਡ ਸ਼ਾਟ ਬਣ ਗਿਆ ਜੋ ਕਿ ਛੋਟੀ ਉਮਰ ਦੇ ਬੱਚਿਆਂ ਵਾਸਤੇ ਮਨਜ਼ੂਰ ਕਰ ਲਿਆ ਗਿਆ। ਹੈਲਥ ਕੈਨੇਡਾ ਵੱਲੋਂ ਇਸ ਦੀ ਸਾਰੀ ਜਾਣਕਾਰੀ ਪ੍ਰੈਸ ਰਿਲੀਜ਼ ਦੇ ਵਿੱਚ ਸਾਂਝੀ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਇਸ ਟੀਕੇ ਦੇ ਡਾਟਾ ਨੂੰ ਪੂਰੀ ਤਰ੍ਹਾਂ ਜਾਂਚਿਆ ਤੇ ਪਰਖਿਆ ਗਿਆ ਹੈ। ਜਾਂਚ ਪਰਖ ਕਰਨ ਤੋਂ ਬਾਅਦ ਹੀ ਪਤਾ ਚੱਲਿਆ ਕਿ ਇਹ ਟੀਕਾ ਛੋਟੇ ਬੱਚਿਆਂ ਦੇ ਉੱਪਰ ਅਸਰਦਾਰ ਸਾਬਿਤ ਹੋਵੇਗਾ। ਇਸ ਤੋਂ ਇਲਾਵਾ ਦ ਨੈਸ਼ਨਲ ਐਡਵਾਈਜ਼ਰੀ ਕਮੇਟੀ ਔਨ ਇਮਿਊਨਾਈਜੇਸ਼ਨ ਵੱਲੋਂ ਵੀ ਬੱਚਿਆਂ ਵਾਸਤੇ ਇਸ ਟੀਕੇ ਨੂੰ ਰეკਮੈਂਡ ਕੀਤਾ ਗਿਆ। ਦੱਸ ਦਈਏ ਕਿ ਕੈਨੇਡਾ ਵਿੱਚ ਛੋਟੀ ਉਮਰ ਦੇ ਬੱਚਿਆਂ ਨੂੰ ਪਹਿਲਾਂ ਕੋਵਿਡ-19 ਵੈਕਸੀਨ ਲਗਾਈ ਜਾ ਰਹੀ ਸੀ, ਪਰ ਹੁਣ ਹੈਲਥ ਕੈਨੇਡਾ ਵੱਲੋਂ ਅਪਡੇਟਡ ਬੂਸਟਰ ਸ਼ਾਟ ਲਈ ਵੀ ਮਾਨਤਾ ਦੇ ਦਿੱਤੀ ਗਈ ਹੈ, ਜਿਸ ਤੋਂ ਬਾਅਦ ਛੋਟੀ ਉਮਰ ਦੇ ਬੱਚਿਆਂ ਨੂੰ ਇਹ ਟੀਕਾ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਕੈਨੇਡਾ ਵਿੱਚ ਲਗਾਤਾਰ ਛੋਟੇ ਬੱਚਿਆਂ ਅੰਦਰ ਫਲੂ ਦੇ ਮਾਮਲੇ ਵਧ ਰਹੇ ਹਨ, ਜੋ ਕਿ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਨ੍ਹਾਂ ਵਧ ਰਹੇ ਮਾਮਲਿਆਂ ਕਾਰਨ ਹਸਪਤਾਲਾਂ ਵਾਸਤੇ ਮਾਂ-ਬਾਪ ਨੂੰ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਸਪਤਾਲ ਵੀ ਲਗਾਤਾਰ ਇਸ ਗੱਲ ਦਾ ਜ਼ਿਕਰ ਕਰ ਰਹੇ ਨੇ ਕਿ ਕਿਵੇਂ ਇੱਕਦਮ ਉਹਨਾਂ ਦੇ ਹਸਪਤਾਲਾਂ ਉੱਪਰ ਬੋਝ ਪੈ ਗਿਆ ਤੇ ਨਾਲ ਹੀ ਇਹ ਵੀ ਗੱਲ ਸਪਸ਼ਟ ਸਾਹਮਣੇ ਆ ਰਹੀ ਹੈ ਕਿ ਬੱਚਿਆਂ ਨੂੰ ਹਸਪਤਾਲ ਵਿੱਚ ਜਾਣ ਲਈ ਕਿੰਨਾ ਲੰਬਾ ਇੰਤਜ਼ਾਰ ਕਰਨਾ ਪੈ ਰਿਹਾ ਹੈ। ਵੈਨਕੂਵਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ 2 ਔਰਤਾਂ ਉੱਪਰ ਹਮਲਾ ਕੀਤਾ ਗਿਆ ਤੇ ਇਹਨਾਂ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਸੰਬੰਧੀ ਕਾਰਵਾਈ ਕੀਤੀ ਤੇ ਉਹਨਾਂ ਨੇ ਸਸਪੈਕਟ ਹਿਰਾਸਤ ਵਿੱਚ ਲਏ। ਅੱਗੇ ਇਸ ਸੰਬੰਧੀ ਵਧੇਰੇ ਜਾਂਚ ਪੜਤਾਲ ਜਾਰੀ ਹੈ। ਵੈਨਕੂਵਰ 'ਚ 2 ਔਰਤਾਂ ਨੂੰ ਅਗਵਾ ਕਰਨ ਤੇ ਲੁੱਟਣ ਦੀ ਕੀਤੀ ਗਈ ਕੋਸ਼ਿਸ਼। ਪੁਲਿਸ ਨੇ ਫੜੇ ਦੋਸ਼ੀ, ਜਾਂਚ ਕੀਤੀ ਗਈ ਸ਼ੁਰੂ। ਡੈਲਟਾ ਪੁਲਿਸ ਨੂੰ ਇੱਕ ਸ਼ਿਕਾਇਤ ਮਿਲੀ ਹੈ ਜਿਸ ਵਿੱਚ ਇੱਕ ਔਰਤ ਨੂੰ ਜ਼ਬਰਦਸਤੀ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਧਿਕਾਰੀਆਂ ਨੂੰ ਪਤਾ ਲੱਗਾ ਕਿ 21 ਸਾਲਾ ਲੜਕੀ ਜਿਸ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹ ਉੱਥੋਂ ਭੱਜ ਗਈ। ਉਸਨੇ ਪੁਲਿਸ ਨੂੰ ਦੱਸਿਆ ਕਿ ਵੈਨ ਵਿੱਚ ਆਲਰੇਡੀ ਇੱਕ ਹੋਰ ਔਰਤ ਸੀ ਅਤੇ ਡੈਲਟਾ ਪੁਲਿਸ ਨੇ ਇਸ ਦੀ ਨਿਗਰਾਨੀ ਰੱਖਣ ਦੇ ਲਈ ਆਸ-ਪਾਸ ਦੇ ਪੁਲਿਸ ਨੂੰ ਸੂਚਿਤ ਕਰ ਦਿੱਤਾ। ਦੂਜੇ ਪੀੜਤ ਨੂੰ ਬਾਅਦ ਵਿੱਚ ਲੈਂਗਲੇ RCMP ਦੁਆਰਾ ਐਲਡਰ ਗਰੋਵ ਖੇਤਰ ਵਿੱਚ ਬਿਨਾਂ ਕਿਸੇ ਨੁਕਸਾਨ ਦੇ ਪਾਇਆ ਗਿਆ, ਜਿਸ ਤੋਂ ਬਾਅਦ ਵੈਨ ਵਿੱਚ ਸਵਾਰ 2 ਹੋਰ ਲੋਕਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਪੁਲਿਸ ਇਹਨਾਂ ਦੋਵਾਂ ਸ਼ੱਕੀਆਂ ਦੇ ਖਿਲਾਫ ਜ਼ਬਰਦਸਤੀ ਅਗਵਾ ਅਤੇ ਹਮਲੇ ਦੇ ਦੋਸ਼ਾਂ ਦੀ ਸਿਫਾਰਿਸ਼ ਕਰ ਰਹੀ ਹੈ। ਹਾਲੇ ਤੱਕ ਜੋੜਾ ਅਦਾਲਤ ਵਿੱਚ ਪੇਸ਼ ਨਹੀਂ ਹੋਇਆ, ਜਿਸ ਕਰਕੇ ਦੋਹਾਂ ਦੀ ਪਛਾਣ ਅਜੇ ਤੱਕ ਜਾਰੀ ਨਹੀਂ ਕੀਤੀ ਗਈ ਹੈ। ਡੈਲਟਾ ਪੁਲਿਸ ਨੇ ਕਿਹਾ ਕਿ ਲੈਂਗਲੀ RCMP, ਲੋਅਰ ਮੈਨਲੈਂਡ ਐਮਰਜੈਂਸੀ ਰਿਸਪੌਂਸ ਟੀਮ ਅਤੇ 에ਅਰ ਹੈਲੀਕਾਪਟਰ ਦੂਜੇ ਪੀੜਤ ਅਤੇ ਗ੍ਰਿਫਤਾਰੀਆਂ ਨੂੰ ਲੱਭਣ ਦੇ ਲਈ ਮਹੱਤਵਪੂਰਨ ਸਾਬਤ ਹੋਏ ਨੇ। ਬਹੁਤ ਸਾਰੇ ਜਗ੍ਹਾ ਦੇ ਉੱਪਰ ਬਰਫ਼ ਅਜੇ ਸਾਫ਼ ਨਹੀਂ ਕੀਤੀ ਗਈ। ਸਨੋ ਸੰਬੰਧੀ 900 ਤੋਂ ਵੱਧ ਸ਼ਿਕਾਇਤਾਂ ਮਿਲੀਆਂ ਨੇ, ਪਰ ਇਸ ਸੰਬੰਧੀ ਕਾਰਵਾਈ ਕੀਤੀ ਗਈ ਹੈ ਜਾਂ ਫਿਰ ਨਹੀਂ, ਇਸ ਬਾਰੇ ਹੁਣ ਤਾਜ਼ਾ ਰਿਪੋਰਟ ਸਾਹਮਣੇ ਆਈ, ਜਿਸ ਦੇ ਵਿੱਚ ਕਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਬਰਫ਼ ਨਾ ਸਾਫ਼ ਕਰਨ ਦੀਆਂ 908 ਸ਼ਿਕਾਇਤਾਂ, ਪਰ ਹਜੇ ਤੱਕ ਕਿਸੇ ਨੂੰ ਨਹੀਂ ਲੱਗਿਆ ਜੁਰਮਾਨਾ। ਵੈਨਕੂਵਰ ਦੇ ਬਹੁਤ ਸਾਰੇ ਵਸਨੀਕ ਪਿਛਲੇ ਹਫ਼ਤੇ ਦੇ ਬਰਫੀਲੇ ਤੂਫਾਨ ਤੋਂ ਬਾਅਦ ਸ਼ਹਿਰ ਦੇ ਉਪਨੇਮਾਂ ਦੇ ਉਲਟ ਆਪਣੇ ਫੁੱਟਪਾਥਾਂ ਨੂੰ ਸਾਫ਼ ਕਰਨ ਦੇ ਵਿੱਚ ਅਸਫਲ ਰਹੇ ਨੇ, ਪਰ ਫਿਰ ਵੀ ਹਜੇ ਤੱਕ ਕਿਸੇ ਨੂੰ ਵੀ ਜੁਰਮਾਨਾ ਨਹੀਂ ਲਗਾਇਆ ਗਿਆ ਹੈ। ਮੰਗਲਵਾਰ ਦੇ ਤੂਫਾਨ ਕਾਰਨ ਮੈਟਰੋ ਵੈਨਕੂਵਰ ਵਿੱਚ 15 ਸੈਂਟੀਮੀਟਰ ਤੱਕ ਬਰਫ਼ ਡਿੱਗਣ ਤੋਂ ਬਾਅਦ ਵੈਨਕੂਵਰ ਸਿਟੀ ਨੂੰ ਫੁੱਟਪਾਥਾਂ ਬਾਰੇ 908 ਸ਼ਿਕਾਇਤਾਂ ਪ੍ਰਾਪਤ ਹੋਈਆਂ ਨੇ, ਜਿਨ੍ਹਾਂ ਨੂੰ ਸਾਫ਼ ਨਹੀਂ ਕੀਤਾ ਗਿਆ ਸੀ। ਵੈਨਕੂਵਰ ਜ਼ਿਆਦਾਤਰ ਮੈਟਰੋ ਵੈਨਕੂਵਰ ਮਿਊਨਿਸਪੈਲਿਟੀਜ਼ ਵਾਂਗ ਘਰ ਦੇ ਮਾਲਕਾਂ ਜਾਂ ਰਹਿਣ ਵਾਲਿਆਂ ਨੂੰ ਬਰਫ਼ ਦੀ ਘਟਨਾ ਤੋਂ ਬਾਅਦ ਸਵੇਰੇ 10 ਵਜੇ ਤੋਂ ਪਹਿਲਾਂ ਸਾਫ਼ ਕਰਨ ਦੀ ਲੋੜ ਹੁੰਦੀ ਹੈ, ਨਹੀਂ ਤਾਂ ਉਹਨਾਂ ਨੂੰ ਜੁਰਮਾਨੇ ਦਾ ਸਾਹਮਣਾ ਕਰਨਾ ਪੈਂਦਾ ਹੈ। ਵੈਨਕੂਵਰ ਵਿੱਚ ਨਿਵਾਸੀਆਂ ਨੂੰ $250 ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਇਸ ਵਾਰ ਹਜੇ ਤੱਕ ਕੋਈ ਜੁਰਮਾਨਾ ਜਾਰੀ ਨਹੀਂ ਕੀਤਾ ਗਿਆ, ਪਰ ਬਾਅਦ ਦੇ ਤੂਫਾਨਾਂ ਤੋਂ ਬਾਅਦ ਉਪਲਾ ਅਫਸਰ ਸ਼ਾਇਦ ਇੰਨੇ ਮਾਫ ਕਰਨ ਵਾਲੇ ਨਹੀਂ ਹੋਣਗੇ। ਸ਼ਹਿਰ ਦੇ ਬੁਲਾਰੇ ਐਲਨਸਨ ਨੇ ਕਿਹਾ ਕਿ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਲਈ ਅਸੀਂ ਰਿਮਾਈਂਡਰ, ਮੁੜ ਸਿੱਖਿਆ ਅਤੇ ਉਤਸ਼ਾਹ ਉੱਤੇ ਧਿਆਨ ਕੇਂਦਰਿਤ ਕਰਦੇ ਹੋਏ ਨਾ ਕਿ ਸਿੱਧੇ ਲਾਗੂ ਕਰਨ ਅਤੇ ਜੁਰਮਾਨੇ ਵੱਲ ਵੱਧ ਰਹੇ ਹਾਂ। ਦੱਸ ਦਈਏ ਕਿ 2017-18 ਦੇ ਸਰਦੀਆਂ ਦੇ ਸੀਜ਼ਨ ਤੋਂ ਸ਼ਹਿਰ ਨੂੰ 311 ਰਾਹੀਂ ਕੁੱਲ 4052 ਸ਼ਿਕਾਇਤਾਂ ਮਿਲੀਆਂ ਸਨ ਅਤੇ ਜਾਇਦਾਦ ਮਾਲਕਾਂ ਨੂੰ 5128 ਨੋਟਿਸ ਜਾਰੀ ਕੀਤੇ ਗਏ ਸਨ।
ਪਿਛਲੇ ਸਾਲ ਦੇ ਵਿਅਸਤ ਬਰਫ਼ ਦੇ ਮੌਸਮ ਦੌਰਾਨ ਸ਼ਹਿਰ ਨੇ ਉਹਨਾਂ ਲੋਕਾਂ ਨੂੰ 279 ਜੁਰਮਾਨੇ ਕੀਤੇ ਜਿਨ੍ਹਾਂ ਨੇ ਆਪਣੇ ਅਤੇ ਜਨਤਕ ਉਪਭੋਗਤਾਵਾਂ ਲਈ ਫੁੱਟਪਾਥਾਂ ਉੱਤੇ ਰਸਤਾ ਸਾਫ਼ ਕਰਨ ਦੇ ਵਿੱਚ ਅਣਗਹਿਲੀ ਕੀਤੀ ਸੀ। ਕੁੱਲ ਮਿਲਾ ਕੇ ਸ਼ਹਿਰ ਨੂੰ ਪਿਛਲੇ ਹਫ਼ਤੇ ਤੋਂ ਹੁਣ ਤੱਕ ਕਾਫੀ ਸ਼ਿਕਾਇਤਾਂ ਮਿਲੀਆਂ ਨੇ ਜਿਨ੍ਹਾਂ ਵਿੱਚ ਲਾਅ ਅਫਸਰਾਂ ਨੇ ਕਾਫੀਆਂ ਨੂੰ ਚੇਤਾਵਨੀ ਦਿੱਤੀ ਹੋਈ ਹੈ ਤੇ ਕਾਫੀਆਂ ਨੂੰ ਅਗਲੀ ਸਵੇਰ ਤੱਕ ਕਰਨ ਦੀ ਡੇਟ ਦਿੱਤੀ ਗਈ ਹੈ। ਕੁਝ ਸਮਾਂ ਪਹਿਲਾਂ ਬੱਸ ਪਲਟਣ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੀ ਪੁਲਿਸ ਵੱਲੋਂ ਅਪਡੇਟ ਜਾਰੀ ਕੀਤੀ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਨਾਲ ਜੁੜਿਆ ਹੋਇਆ ਕੋਈ ਵੀ ਦੋਸ਼ੀ ਅੱਗੇ ਨਹੀਂ ਆਇਆ ਤੇ ਕੋਈ ਦੋਸ਼ੀ ਨਹੀਂ ਪਾਇਆ ਗਿਆ। ਇਸ ਬਾਰੇ ਹੋਰ ਕੀ ਅਪਡੇਟ ਜਾਰੀ ਕੀਤੀ ਗਈ ਤੁਹਾਨੂੰ ਇਸ ਖਬਰ ਵਿੱਚ ਦੱਸਾਂਗੇ। ਜੁਲਾਈ 2020 ਆਈਸਫੀਲਡ ਬੱਸ ਰੋਲਓਵਰ ਮਾਮਲਾ ਘਟਨਾ ਦੇ ਲਈ ਕੋਈ ਅਪਰਾਧਕ ਦੋਸ਼ੀ ਨਹੀਂ। ਸ਼ੁੱਕਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਵਿੱਚ ਆਰਸੀਐਮਪੀ ਨੇ ਕਿਹਾ ਕਿ ਉਹਨਾਂ ਨੇ ਆਪਣੀ ਜਾਂਚ ਪੂਰੀ ਕਰ ਲਈ ਹੈ। ਦੱਸ ਦਈਏ ਕਿ ਜੁਲਾਈ 2020 ਦੇ ਵਿੱਚ ਇੱਕ ਬੱਸ ਦੇ ਪਲਟਣ ਦੇ ਨਾਲ 3 ਲੋਕਾਂ ਦੀ ਮੌਤ ਹੋ ਗਈ ਸੀ ਅਤੇ 14 ਹੋਰ ਜ਼ਖਮੀ ਹੋ ਗਏ ਸਨ। ਆਰਸੀਐਮਪੀ ਨੇ ਕਿਹਾ ਕਿ ਅਲਬਰਟਾ ਕਰਾਊਨ ਪ੍ਰੋਸੀਕਿਊਸ਼ਨ ਸਰਵਿਸ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਸਬੂਤ ਅਪਰਾਧਕ ਦੋਸ਼ਾਂ ਲਈ ਬਾਰ ਨੂੰ ਪੂਰਾ ਨਹੀਂ ਕਰ ਰਹੇ ਸਨ। ਦੱਸ ਦਈਏ ਕਿ 18 ਜੁਲਾਈ 2020 ਨੂੰ ਜੈਸਪਰ ਅਲਟਾ ਤੋਂ ਲਗਭਗ 100 ਕਿਲੋਮੀਟਰ ਦੱਖਣ ਪੂਰਬ ਅਬਾਸਕਾ ਗਲੇਸ਼ੀਅਰ ਨੂੰ ਜਾਣ ਵਾਲੀ ਸੜਕ ਉੱਤੇ ਲਾਲ ਅਤੇ ਚਿੱਟੇ ਆਈਸ ਐਕਸਪਲੋਰਰ ਦੇ ਕੰਟਰੋਲ ਗਵਾਉਣ ਤੋਂ ਬਾਅਦ 3 ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਲੋਕਾਂ ਨੂੰ ਜਾਨਲੇਵਾ ਸੱਟਾਂ ਲੱਗੀਆਂ। ਬੱਸ ਵਿੱਚ ਟੋਟਲ 27 ਲੋਕ ਸਵਾਰ ਸਨ। ਮੈਰੋਨ ਦੇ ਬੰਨ ਤੋਂ ਲਗਭਗ 50 ਮੀਟਰ ਬੱਸ ਹੇਠਾਂ ਡਿੱਗ ਗਈ। ਟੂਰ ਬੱਸ ਆਪਰੇਟਰ ਬਰੂਸਟਰ ਇੰਕ ਨੂੰ ਇਸ ਸਾਲ ਦੇ ਸ਼ੁਰੂ ਵਿੱਚ OH&S ਐਕਟ ਦੇ ਤਹਿਤ 8 ਗਿਣਤੀਆਂ ਦੇ ਨਾਲ ਚਾਰਜ ਕੀਤਾ ਗਿਆ ਸੀ। ਖਤਰਿਆਂ ਨੂੰ ਨਿਯੰਤਰਣ ਕਰਨ ਵਿੱਚ ਅਸਫਲ ਹੋਣਾ ਅਤੇ ਇਹ ਯਕੀਨੀ ਬਣਾਉਣ ਵਿੱਚ ਅਸਫਲ ਰਹਿਣਾ ਕਿ ਉਪਕਰਨ ਸੁਰੱਖਿਅਤ ਸੰਚਾਲਿਤ ਸਥਿਤੀ ਵਿੱਚ ਨੇ ਜਾਂ ਨਹੀਂ। ਕੋਲੰਬੀਆ ਆਈਸਫੀਲਡ ਦੇ ਟੂਰ ਪਿਛਲੇ ਸਾਲ ਦੁਬਾਰਾ ਸ਼ੁਰੂ ਹੋ ਚੁੱਕੇ ਨੇ ਤੇ ਹੁਣ ਟੂਰ ਬੱਸਾਂ ਵਿੱਚ ਸੀਟ ਬੈਲਟਾਂ ਜੋੜੀਆਂ ਗਈਆਂ ਨੇ ਅਤੇ ਡਰਾਈਵਰ ਸਿਖਲਾਈ ਅਤੇ ਸੜਕ ਦੇ ਰੱਖ ਰਖਾਵ ਵਿੱਚ ਨਿਯਮਾਂ ਦੀ ਬਦਲਾਅ ਕੀਤਾ ਗਿਆ। ਘੱਟੋ ਘੱਟ 2 ਸਿਵਲ ਕੇਸ ਹਾਦਸੇ ਦੇ ਪੀੜਤਾਂ ਤੇ ਪੀੜਤ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਸ਼ੁੱਕਰਵਾਰ ਦੀ ਨਿਊਜ਼ ਰਿਲੀਜ਼ ਆਰਸੀਐਮਪੀ ਨੇ ਕਿਹਾ ਕਿ ਅਸੀਂ ਮ੍ਰਿਤਕਾਂ ਅਤੇ ਜ਼ਖਮੀਆਂ ਦੇ ਪਰਿਵਾਰਾਂ ਅਤੇ ਇਸ ਦੁਖਾਂਤ ਘੜੀ ਦੇ ਵਿੱਚ ਉਹਨਾਂ ਦੇ ਨਾਲ ਖੜੇ ਹਾਂ। ਅਲਬਰਟਾ ਦੇ ਵਿਵਾਦਿਤ ਬਿੱਲ ਦੇ ਉੱਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ ਸਾਹਮਣੇ ਆਇਆ। ਪ੍ਰਧਾਨ ਮੰਤਰੀ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਇਸ ਸੰਬੰਧੀ ਸੂਬੇ ਨਾਲ ਕੋਈ ਵੀ ਜਾਂ ਫਿਰ ਸਰਕਾਰ ਨਾਲ ਕੋਈ ਵੀ ਬਹਿਸ ਨਹੀਂ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਮੰਤਰੀ ਦਾ ਹੋਰ ਕੀ ਕਹਿਣਾ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਅਲਬਰਟਾ ਦੇ ਵਿਵਾਦਿਤ ਬਿੱਲ ਉੱਤੇ ਟਰੂਡੋ ਦਾ ਬਿਆਨ। ਕਿਹਾ ਅਲਬਰਟਾ ਸਰਕਾਰ ਨਾਲ ਲੜਨ ਵਿੱਚ ਕੋਈ ਦਿਲਚਸਪੀ ਨਹੀਂ। ਟਰੂਡੋ ਨੇ ਕਿਹਾ ਕਿ ਓਟਵਾ ਅਤੇ ਪ੍ਰੋਵਿੰਸਾਂ ਦਾ ਰਿਸ਼ਤਾ ਇੱਕ ਬੱਚੇ ਲਈ ਮਾਤਾ-ਪਿਤਾ ਵਰਗਾ ਨਹੀਂ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਅਲਬਰਟਾ ਦਾ ਵਿਵਾਦਗ੍ਰਸਤ ਪ੍ਰਭੂਸੱਤਾ ਐਕਟ ਪ੍ਰੀਮੀਅਮ ਡੈਨੀਅਲ ਸਮਿਥ ਲਈ ਸੰਘੀ ਸਰਕਾਰ ਨਾਲ ਲੜਾਈ ਲੜਨ ਦਾ ਇੱਕ ਸਿਆਸੀ ਸਾਧਨ ਹੈ। ਟਰੂਡੋ ਨੇ ਵੀਰਵਾਰ ਨੂੰ ਓਟਵਾ ਵਿੱਚ ਅਸੈਂਬਲੀ ਆਫ ਫਸਟ ਨੇਸ਼ਨਜ਼ ਦੀ ਵਿਸ਼ੇਸ਼ ਅਸੈਂਬਲੀ ਦੌਰਾਨ ਕਿਹਾ ਕਿ ਮੈਂ ਅਲਬਰਟਾ ਸਰਕਾਰ ਨਾਲ ਲੜਨ ਵਿੱਚ ਕੋਈ ਦਿਲਚਸਪੀ ਨਹੀਂ ਰੱਖਦਾ। ਅਲਬਰਟਾ ਵਿਧਾਨ ਸਭਾ ਨੇ ਰਾਤੋਂ ਰਾਤ ਕਾਨੂੰਨ ਨੂੰ ਪਾਸ ਕਰ ਦਿੱਤਾ ਜਿਸ ਨਾਲ ਸੂਬਾਈ ਕੈਬਨਿਟ ਨੂੰ ਅਸਾਧਾਰਨ ਸ਼ਕਤੀਆਂ ਮਿਲਣੀਆਂ ਸਨ। ਸਮਿਥ ਨੇ ਬਿੱਲ ਦੀ ਤੀਜੀ ਅਤੇ ਅੰਤਿਮ ਰੀਡਿੰਗ ਦੌਰਾਨ ਕਾਨੂੰਨ ਨੂੰ ਟਰੂਡੋ ਅਤੇ ਫੈਡਰਲ ਸਰਕਾਰ ਨਾਲ ਸਬੰਧਾਂ ਨੂੰ ਰੀਸੈਟ ਕਰਨ ਦੇ ਰੂਪ ਵਿੱਚ ਦੱਸਿਆ। ਵਿਰੋਧੀ ਧਿਰ ਨਿਊ ਡੈਮੋਕ੍ਰੇਟਸ ਨੇ ਇਸ ਨੂੰ ਇੱਕ ਗਰਮ ਗੜਬੜੀ ਐਕਸਪ੍ਰੈਸ ਦੱਸਿਆ। ਟਰੂਡੋ ਨੇ ਕਿਹਾ ਕਿ ਓਟਵਾ ਅਤੇ ਪ੍ਰੋਵਿੰਸਾਂ ਦਾ ਰਿਸ਼ਤਾ ਇੱਕ ਬੱਚੇ ਦੀ ਮਾਤਾ-ਪਿਤਾ ਵਰਗਾ ਨਹੀਂ ਹੈ। ਉਹਨਾਂ ਕਿਹਾ ਕਿ ਹਰੇਕ ਦੇ ਅਧਿਕਾਰ ਖੇਤਰ ਅਤੇ ਜ਼ਿੰਮੇਵਾਰੀ ਦੇ ਵੱਖਰੇ ਖੇਤਰ ਨੇ। ਟਰੂਡੋ ਨੇ ਕਿਹਾ ਕਿ ਸੂਬਾਈ ਸਰਕਾਰਾਂ ਉਹਨਾਂ ਕਾਨੂੰਨਾਂ ਉੱਤੇ ਅੱਗੇ ਵਧ ਸਕਦੀਆਂ ਨੇ ਜਿਨ੍ਹਾਂ ਨਾਲ ਫੈਡਰਲ ਸਰਕਾਰ ਸਹਿਮਤ ਨਹੀਂ ਹੈ ਪਰ ਇਸ ਦਾ ਇਲਾਜ ਅਦਾਲਤਾਂ ਰਾਹੀਂ ਹੈ। ਆਦੀਵਾਸੀ ਸਮੂਹਾਂ ਨੇ ਬਿੱਲ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਕਾਨੂੰਨ ਬਾਰੇ ਸਲਾਹ ਨਹੀਂ ਦਿੱਤੀ ਗਈ ਹੈ ਜਾਂ ਇਹ ਸਵਦੇਸ਼ੀ ਅਧਿਕਾਰਾਂ ਨੂੰ ਕਿਵੇਂ ਪ੍ਰਭਾਵਿਤ ਕਰੇਗਾ। ਟਰੂਡੋ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਇਸ ਬਾਰੇ ਬਹੁਤ ਚਿੰਤਿਤ ਹੈ। ਬੁਨਿਆਦੀ ਅਧਿਕਾਰਾਂ ਨੂੰ ਚੁਣੌਤੀਆਂ ਦੇ ਮਾਮਲੇ ਵਿੱਚ ਕੀ ਦਰਸਾਉਂਦੀ ਹੈ ਅਤੇ ਉਹਨਾਂ ਦਾ ਸਤਿਕਾਰ ਕਰਨ ਦੀ ਲੋੜ ਹੈ। ਟਰੂਡੋ ਨੇ ਕਿਹਾ ਕਿ ਫੈਡਰਲ ਸਰਕਾਰ ਅਲਬਰਟਾ ਨਾਲ ਜਿੰਨਾ ਸੰਭਵ ਹੋ ਸਕੇ ਉਸਾਰੂ ਢੰਗ ਨਾਲ ਕੰਮ ਕਰੇਗੀ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਇਮੀਗ੍ਰੇਸ਼ਨ ਦੇ ਨਾਮ ਤੇ ਹੋ ਰਿਹਾ ਧੋਖਾ, ਪੀਆਰ ਦਾ ਝਾਂਸਾ ਦੇ ਕੇ ਮਾਰੀ ਠੱਗੀ। 50,000 ਪ੍ਰਵਾਸੀਆਂ ਦੇ ਸਵਾਗਤ ਦੀ ਤਿਆਰੀ, ਕਿਊਬੈਕ ਨੇ ਸਾਂਝੀ ਕੀਤੀ ਯੋਜਨਾ। ਪੀਆਰ ਫਾਈਲਾਂ ਬਾਰੇ ਆਈ ਜਾਣਕਾਰੀ, ਹੁਣ ਬੈਕਲੌਗ ਹੋ ਰਿਹਾ ਘੱਟ। ਅਰਾਈਵ ਕੈਨ ਐਪ ਦੀ ਵਰਤੋਂ ਅਜੇ ਵੀ ਜਾਰੀ, ਸਰਕਾਰ ਨੇ ਕੀਤੀ ਸੀ ਆਪਸ਼ਨਲ। ਖਬਰਾਂ ਦੇ ਇਸ ਬੁਲੇਟਿਨ ਵਿੱਚ ਨਹੀਂ ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।